ਮੋਰਨਿੰਗ ਡੀਅਰ ਸਟੂਡੈਂਟਸ। ਰਾਜੇ ਕੱਲ੍ਹ ਆਪਾਂ ਲੈਸਨ ਸਟਾਰਟ ਕੀਤਾ ਸੀ ਰੋਲ ਆਫ ਜੈਂਡਰ। ਉਸ ਦੇ ਵਿੱਚ ਆਪਾਂ ਜੈਂਡਰ ਡਿਸਕ੍ਰਿਮੀਨੇਸ਼ਨ ਦੇ ਜੋ ਫੈਕਟਰ ਸੀ ਉਸ ਬਾਰੇ ਡਿਸਕਸ ਕਰ ਰਹੇ ਸੀ। ਤਾਂ ਨੈਕਸਟ ਫੈਕਟਰ ਆਉਂਦਾ ਆਪਣੇ ਕੋਲ ਸਤੀ ਸਿਸਟਮ, ਸਤੀ ਪ੍ਰਥਾ। ਸਤੀ ਇਜ਼ ਅ ਸੋਸ਼ਲ ਈਵਲ ਇਨ ਵਿਚ ਅ ਵਿਡੋ ਇਜ਼ ਫੋਰਸ ਟੂ ਬਰਨ herself in a funeral pyre of her dead husband। ਕਹਿੰਦੇ ਸਤੀ ਇਸ ਤਰ੍ਹਾਂ ਦਾ ਸਿਸਟਮ ਸੀ ਜਿਸ ਦੇ ਵਿੱਚ ਇੱਕ ਵਿਧਵਾ ਨੂੰ ਆਪਣੇ ਆਪ ਨੂੰ ਜਲਾਉਣਾ ਪੈਂਦਾ ਸੀ, ਆਪਣੇ ਹਸਬੈਂਡ ਦੀ ਜਲਦੀ ਹੋਈ ਚਿਖਾ ਦੇ ਵਿੱਚ ਆਪਣੇ ਆਪ ਨੂੰ ਸਾੜ ਲੈਣਾ ਪੈਂਦਾ ਸੀ। ਇਹ ਮੰਨਿਆ ਜਾਂਦਾ ਸੀ ਕਿ ਜਦੋਂ ਇਸ ਦੇ ਪਤੀ ਦੀ ਡੈਥ ਹੋ ਚੁੱਕੀ ਹੈ ਤਾਂ ਇਸ ਨੂੰ ਜਿਉਣ ਦਾ ਕੋਈ ਅਧਿਕਾਰ ਨਹੀਂ, ਇਹਨੂੰ ਵੀ ਨਾਲ ਹੀ ਮਰ ਜਾਣਾ ਚਾਹੀਦਾ ਆਪਦੇ ਪਤੀ ਦੇ। ਐਂਡ ਇਫ ਸ਼ੀ ਰਸਿਸਟਸ ਸ਼ੀ ਇਜ਼ ਫੋਰਸ ਟੂ ਡੂ ਸੋ। ਜੇਕਰ ਉਹ ਰਸਿਸਟ ਕਰਦੀ ਸੀ, ਮਨਾ ਕਰਦੀ ਸੀ, ਤਾਂ ਉਸ ਨੂੰ ਮਜਬੂਰ ਕੀਤਾ ਜਾਂਦਾ ਸੀ ਇਹ ਕੰਮ ਕਰਨ ਵਾਸਤੇ। ਰਾਜਾ ਰਾਮ ਮੋਹਨ ਰਾਏ ਦਾ ਫਾਊਂਡਰ ਆਫ ਬ੍ਰਹਮੋ ਸਮਾਜ ਐਂਡ ਅ ਗ੍ਰੇਟ ਸੋਸ਼ਲ ਰਿਫਾਰਮਰ ਵਰਕਡ ਹਾਰਡ ਟੂ ਰਿਮੂਵ ਦਿਸ ਸੋਸ਼ਲ ਈਵਲ। ਰਾਜਾ ਰਾਮ ਮੋਹਨ ਰਾਏ ਜਿਹੜੇ ਇੱਕ ਸਮਾਜ ਸੁਧਾਰਕ ਸੀ, ਉਹਨਾਂ ਨੇ ਬ੍ਰਹਮੋ ਸਮਾਜ ਦੀ ਸਥਾਪਨਾ ਵੀ ਕੀਤੀ ਹੈ। ਉਹਨਾਂ ਨੇ ਇਸ ਸੋਸ਼ਲ ਈਵਲ ਨੂੰ ਖਤਮ ਕਰਨ ਵਾਸਤੇ ਕਾਫੀ ਹਾਰਡ ਵਰਕ ਕੀਤਾ। ਇਟ ਵਾਜ਼ ਐਬੋਲਿਸ਼ਡ ਇਨ 1829। ਫਿਰ 1829 ਦੇ ਵਿੱਚ ਇਸ ਪ੍ਰਥਾ ਨੂੰ ਖਤਮ ਕੀਤਾ ਗਿਆ ਸੀ। ਬਟ ਇਨ ਰੀਸੈਂਟ ਟਾਈਮ ਆਲਸੋ ਦੇਅਰ ਹੈਵ ਬੀਨ ਅ ਫਿਊ ਇੰਸਟੈਂਸਸ ਆਫ ਸਤੀ। ਅੱਜ ਕੱਲ੍ਹ ਵੀ ਇਸ ਦੀਆਂ ਕੁਛ ਕੁ ਜੋ ਜਿਹੜੀਆਂ ਹੈਗੀਆਂ ਐਗਜ਼ਾਮਪਲਾਂ ਮਿਲਦੀਆਂ ਹੈ ਬੈਕਵਰਡ ਕਲਾਸਿਸ ਦੇ ਵਿੱਚ। ਨੈਕਸਟ ਆ ਜਾਂਦਾ ਆਪਣੇ ਕੋਲ ਚਾਈਲਡ ਮੈਰਿਜ। ਗਰਲ ਆਫਟਰ ਮੈਰਿਜ ਐਟ ਅ ਵੈਰੀ ਯੰਗ ਪਲੇਸ। ਗਰਲਸ ਨੂੰ ਔਫਨ ਜਿਹੜਾ ਹੈਗਾ ਇਹ ਆਪਾਂ ਪਿੱਛੇ ਵੀ ਡਿਸਕਸ ਕੀਤਾ ਸੀ ਪਿਛਲੇ ਚੈਪਟਰ ਦੇ ਵਿੱਚ ਵੀ, ਪਿਛਲੇ ਲੈਕਚਰ ਦੇ ਦੌਰਾਨ, ਕਿ ਉਹਨਾਂ ਨੂੰ ਬਹੁਤ ਹੀ ਛੋਟੀ ਏਜ ਦੇ ਵਿੱਚ ਵਿਆਹ ਦਿੱਤਾ ਜਾਂਦਾ ਸੀ। ਇਹ ਸਭ ਤੋਂ ਵੱਡੀ ਹਿੰਡਰੈਂਸ ਹੁੰਦੀ ਸੀ ਉਹਨਾਂ ਦੀ ਆਲਰਾਊਂਡਰ ਡਿਵੈਲਪਮੈਂਟ ਦੇ ਵਿੱਚ। ਉਹਨਾਂ ਦੀ ਡਿਵੈਲਪਮੈਂਟ ਉੱਥੇ ਹੀ ਰੁਕ ਜਾਂਦੀ ਸੀ। ਨੈਕਸਟ ਆ ਗਿਆ ਸੋਸ਼ਲ ਰਿਫੋਰਮਸ ਐਂਡ ਇੰਪਾਵਰਮੈਂਟ ਆਫ ਵੀਮੈਨ। ਸਮਾਜ ਵਿੱਚ ਸੁਧਾਰ ਕਿਵੇਂ ਹੋਏ ਟਾਈਮ ਦੇ ਨਾਲ ਨਾਲ, ਅਤੇ ਵੀਮੈਨ ਨੂੰ ਪਾਵਰ ਕਿਵੇਂ ਮਿਲੀ ਹੈ। The social and religious reformer of the 19th century worked hard to improve the lot of the women in our society। ਕਹਿੰਦੇ 19th century ਦੇ ਵਿੱਚ ਸਮਾਜਿਕ ਤੇ ਜੋ ਧਾਰਮਿਕ ਸੁਧਾਰਕ ਸੀਗੇ ਉਹਨਾਂ ਨੇ ਬਹੁਤ ਕੰਮ ਕੀਤੇ ਆ ਵਿਮੈਨ ਦੇ ਸਟੇਟਸ ਨੂੰ ਇੰਪਰੂਵ ਕਰਨ ਵਾਸਤੇ। ਜਿਨ੍ਹਾਂ ਦੇ ਵਿੱਚੋਂ ਪ੍ਰੋਮੀਨੈਂਟ ਕਿਹੜੇ ਸੀ? ਰਾਜਾ ਰਾਮ ਮੋਹਨ ਰਾਏ, ਈਸ਼ਵਰ ਚੰਦਰ ਵਿਦਿਆਸਾਗਰ, ਸਵਾਮੀ ਦਇਆਨੰਦ ਸਰਸਵਤੀ, ਸਵਾਮੀ ਵਿਵੇਕਾਨੰਦ ਐਂਡ ਸਰ ਸੈਯਦ ਅਹਿਮਦ ਖਾਨ। ਰਾਜਾ ਰਾਮ ਮੋਹਨ ਰਾਏ ਨੇ ਬ੍ਰਹਮੋ ਸਮਾਜ ਦੀ ਸਥਾਪਨਾ ਕੀਤੀ ਸੀ। ਈਸ਼ਵਰ ਚੰਦਰ ਵਿਦਿਆਸਾਗਰ ਨੇ ਜਿਹੜਾ ਹੈਗਾ ਚਾਈਲਡ ਮੈਰਿਜ ਦੇ ਅਗੇਂਸਟ ਉਹ ਬੋਲੇ ਸੀਗੇ ਅਤੇ ਵਿਡੋ ਰੀ ਮੈਰਿਜ ਨੂੰ ਕਿਹਾ ਸੀ। ਸਵਾਮੀ ਦਇਆਨੰਦ ਸਰਸਵਤੀ ਨੇ ਆਰਿਆ ਸਮਾਜ ਦੀ ਸਥਾਪਨਾ ਕੀਤੀ ਸੀ। ਸਰ ਸੈਯਦ ਅਹਿਮਦ ਖਾਨ ਨੇ ਪਰਦਾ ਸਿਸਟਮ ਨੂੰ ਖਤਮ ਕਰਨ ਵਾਸਤੇ ਜੋ ਬਹੁਤ ਪ੍ਰਚਾਰ ਕੀਤਾ ਸੀ। So, due to the constant effort of social reformer in the 19th century, the condition of women of our society has improved a lot। ਤਾਂ ਉਹਨਾਂ ਦੇ ਸਮਾਜ ਸੁਧਾਰਕਾਂ ਦੇ ਕੰਮਾਂ ਕਰਕੇ ਹੀ ਇਹਨਾਂ ਦੀ ਕੰਡੀਸ਼ਨ ਸਮਾਜ ਵਿੱਚ ਸੁਧਰ ਚੁੱਕੀ ਸੀ। ਸੋਸ਼ਲ ਈਵਲਸ ਜਿਸ ਤਰ੍ਹਾਂ ਡਾਊਰੀ ਸਿਸਟਮ, ਸਤੀ ਸਿਸਟਮ, ਚਾਈਲਡ ਮੈਰਿਜ, ਪੋਲੀਗੈਮੀ, ਫੀਮੇਲ ਇਨਫੈਂਟੀਸਾਈਡ ਹੈਵ ਬੀਨ ਪ੍ਰੋਹਿਬਿਟਡ ਬਾਈ ਲਾਅ। ਅਤੇ ਕਾਨੂੰਨ ਦੇ ਦੁਆਰਾ ਇਹਨਾਂ ਦੀ ਮਨਾਹੀ ਕੀਤੀ ਗਈ ਸੀ। ਸੋ ਉਸ ਤੋਂ ਬਾਅਦ ਵਿਮੈਨ ਨੂੰ ਕਾਫੀ ਸਾਰੇ ਰਾਈਟ ਦਿੱਤੇ ਗਏ ਜਿਨ੍ਹਾਂ ਨਾਲ ਵਿਮੈਨ ਵਿੱਚ ਵੀ ਪਾਵਰ ਆਈ ਹੈ। ਤਾਂ ਉਹ ਕਿਹੜੇ ਕਿਹੜੇ ਰਾਈਟ ਸੀ? ਰਾਈਟ ਟੂ ਵੋਟ। ਆਫਟਰ ਇੰਡੀਪੈਂਡੈਂਸ ਦਾ ਡੈਮੋਕ੍ਰੈਟਿਕ ਰਾਈਟ ਟੂ ਵੋਟ ਇਜ਼ ਗਿਵਨ ਟੂ ਦ ਪੀਪਲ ਵਿਦਾਊਟ ਐਨੀ ਬਾਇਸ ਆਫ ਜੈਂਡਰ, ਕਾਸਟ, ਕਲਰ, ਕਰੀਡ ਐਕਸੈਟਰਾ। ਇੰਡੀਪੈਂਡੈਂਸ ਤੋਂ ਬਾਅਦ ਸਾਰੇ ਹੀ ਲੋਕਾਂ ਨੂੰ ਵੋਟ ਦਾ ਅਧਿਕਾਰ ਮਿਲਿਆ ਹੈ। ਕਿਸੇ ਨਾਲ ਕੋਈ ਲਿੰਗ, ਜਾਤ, ਰੰਗ, ਸ਼੍ਰੇਣੀ ਦਾ ਭੇਦਭਾਵ ਨਹੀਂ ਕੀਤਾ ਜਾਂਦਾ ਸੀ। ਸੋ ਵਿਮੈਨ ਹੈਵ ਸੋ ਬੀਨ ਗਿਵਨ ਦਾ ਰਾਈਟ ਵਿਦਾਊਟ ਐਨੀ ਡਿਸਕ੍ਰਿਮੀਨੇਸ਼ਨ। ਅਤੇ ਗਿਵਨ ਜੋ ਵਿਮੈਨਸ ਨੇ ਉਹਨਾਂ ਨੂੰ ਵੀ ਇਹ ਅਧਿਕਾਰ ਦਿੱਤਾ ਗਿਆ, ਵੋਟ ਦਾ ਅਧਿਕਾਰ ਦਿੱਤਾ ਗਿਆ। ਐਜ਼ ਰਿਜ਼ਲਟ ਵਿਮੈਨ ਹੈਵ ਆਲਸੋ ਬਿਕਮ ਅ ਪਾਰਟ ਆਫ ਦਾ ਡੈਮੋਕ੍ਰੈਟਿਕ ਸੈਟਅਪ ਆਫ ਆਵਰ ਕੰਟਰੀ। ਤਾਂ ਉਸ ਟਾਈਮ ਤੋਂ ਬਾਅਦ ਵਿਮੈਨਸ ਵੀ ਲੋਕਤੰਤਰੀ ਢਾਂਚੇ ਦੀ ਇੱਕ ਇੰਪੋਰਟੈਂਟ ਪਾਰਟ ਬਣ ਗਈਆਂ ਸਨ। ਨੈਕਸਟ ਆਉਂਦਾ ਹੈ ਇਕੁਅਲ ਸ਼ੇਅਰ ਆਫ ਪ੍ਰੋਪਰਟੀ। Women now entitled to have equal share like men in the property of their parents and husband। ਆਪਣੇ ਮਾਤਾ ਪਿਤਾ ਅਤੇ ਆਪਣੇ ਹਸਬੈਂਡ ਦੀ ਪ੍ਰੋਪਰਟੀ ਦੇ ਵਿੱਚ ਵਿਮੈਨ ਦਾ ਵੀ ਇਕੁਅਲ ਸ਼ੇਅਰ ਮੰਨਿਆ ਜਾਣ ਲੱਗਿਆ। ਪ੍ਰੋਹਿਬਿਸ਼ਨ ਆਫ ਡਾਊਰੀ। ਹੁਣ ਕੀ ਸੀ? ਲਾਜ਼ ਹੈਵ ਬੀਨ ਪਾਸਡ ਪ੍ਰੋਹਿਬਿਸ਼ਨ ਡਾਊਰੀ। ਡਾਊਰੀ ਨੂੰ ਖਤਮ ਕਰਨ ਵਾਸਤੇ ਬਹੁਤ ਸਾਰੇ ਲਾਅ ਆ ਜਿਹੜੇ ਪਾਸ ਕੀਤੇ ਗਏ ਸੀਗੇ।
ਆਫਟਰ ਦਿਸ ਦ ਈਵਲ ਆਫ ਡਾਊਰੀ ਹੈਵ ਬੀਨ ਐਬੋਲਿਸ਼ਡ ਟੂ ਅ ਲਾਰਜ ਐਕਸਟੈਂਟ। ਉਸ ਤੋਂ ਬਾਅਦ ਦਾਜ ਪ੍ਰਥਾ ਦੀ ਜੋ ਸਮੱਸਿਆ ਸੀ ਉਹ ਬਹੁਤ ਹੱਦ ਤੱਕ ਖਤਮ ਹੋ ਚੁੱਕੀ ਸੀ। ਵਿਮੈਨ ਐਜੂਕੇਸ਼ਨ with the initiative of government, free education is being provided to the girl in several states। ਔਰਤਾਂ ਨੂੰ, ਲੜਕੀਆਂ ਨੂੰ ਫ੍ਰੀ ਐਜੂਕੇਸ਼ਨ ਦਿੱਤੀ ਗਈ ਸਰਕਾਰ ਦੇ ਦੁਆਰਾ ਬਹੁਤ ਸਾਰੀਆਂ ਸਟੇਟਸ ਦੇ ਵਿੱਚ। ਐਜੂਕੇਸ਼ਨ ਇਜ਼ ਦ ਮੋਸਟ ਇੰਪੋਰਟੈਂਟ ਫੈਕਟਰ ਆਫ ਵਿਮੈਨ ਇੰਪਾਵਰਮੈਂਟ। ਐਜੂਕੇਸ਼ਨ ਦੇ ਨਾਲ ਵਿਮੈਨ ਦੀ ਇੰਪਾਵਰਮੈਂਟ ਆਈ ਹੈ। ਇਫ ਵਿਮੈਨ ਆਰ ਪ੍ਰੋਪਰਲੀ ਐਜੂਕੇਟਡ ਦੈਨ ਨੋਬਡੀ ਕੈਨ ਐਕਸਪਲਾਈਟ ਦੈਮ ਐਟ ਆਲ। ਕਹਿੰਦੇ ਜੇਕਰ ਵਿਮੈਨ ਪ੍ਰੋਪਰ ਉਹਨਾਂ ਨੂੰ ਐਜੂਕੇਸ਼ਨ ਹੋਊਗੀ, ਪ੍ਰੋਪਰ ਉਹ ਜਾਗਰੂਕ ਹੋਣਗੀਆਂ ਤਾਂ ਉਹਨਾਂ ਨੂੰ ਕੋਈ ਐਕਸਪਲਾਈਟ ਨਹੀਂ ਕਰ ਸਕਦਾ, ਕੋਈ ਵੀ ਉਹਨਾਂ ਦਾ ਸ਼ੋਸ਼ਣ ਨਹੀਂ ਕਰ ਸਕਦਾ। ਇਕਨੋਮਿਕ ਆਸਪੈਕਟ the economic aspect of the women have also been changed considerably। There is a system of equal pay for equal work without any kind of gender discrimination। ਇੱਥੇ ਕਹਿੰਦੇ ਪਹਿਲਾਂ ਕੀ ਹੁੰਦਾ ਸੀ, ਔਰਤਾਂ ਨੂੰ ਆਦਮੀਆਂ ਦੀ ਬਜਾਏ ਘੱਟ ਤਨਖਾਹ ਮਿਲਦੀ ਸੀ, ਕੰਮ ਉਹਨਾਂ ਨੂੰ ਓਨਾ ਹੀ ਕਰਨਾ ਪੈਂਦਾ ਹੁੰਦਾ ਸੀ। ਸੋ ਹੁਣ ਕੀ ਹੈ, ਹੁਣ ਲਾਅ ਦੇ ਦੁਆਰਾ ਇਹ ਜਿਹੜਾ ਹੈਗਾ ਇਹ ਕੀਤਾ ਗਿਆ ਇਹ ਕਾਨੂੰਨ ਕਿ ਇਕੁਅਲ ਪੇ ਮਿਲਣੀ ਚਾਹੀਦੀ ਹੈ ਇਕੁਅਲ ਵਰਕ ਵਾਸਤੇ। ਜੋ ਵਰਕ ਆਦਮੀ ਕਰ ਰਿਹਾ ਹੈ ਉਸ ਨੂੰ ਜਿੰਨੀ ਪੇ ਮਿਲਦੀ ਆ, ਉਹੀ ਵਰਕ ਸੇਮ ਵਰਕ ਔਰਤ ਕਰਦੀ ਹੈ ਤਾਂ ਉਸ ਨੂੰ ਵੀ ਆਦਮੀ ਦੇ ਇਕੁਅਲ ਹੀ ਪੇ ਮਿਲਣੀ ਚਾਹੀਦੀ ਹੈ। ਇਨ ਇਕਨੋਮਿਕ ਫੀਲਡ ਆਲਸੋ ਬਾਈ ਇਨੇਬਲਿੰਗ ਵੀਮੈਨ ਇਨ ਇਕਨੋਮਿਕ ਫੀਲਡ ਵੀ ਆਰ ਸਟਰੈਂਥ ਆਵਰ ਕੰਟਰੀ ਬਾਈ ਐਲੀਮੀਨੇਟਿੰਗ ਜੈਂਡਰ ਡਿਸਕ੍ਰਿਮੀਨੇਸ਼ਨ। ਕਹਿੰਦੇ ਜੇਕਰ ਵਿਮੈਨ ਨੂੰ ਇਕਨੋਮਿਕ ਫੀਲਡ ਦੇ ਵਿੱਚ ਇਕੁਅਲ ਸਟੇਟਸ 'ਤੇ ਲਿਆਂਦਾ ਜਾਊਗਾ ਤਾਂ ਇਸ ਚੀਜ਼ ਦੇ ਨਾਲ ਅਸੀਂ ਡਿਸਕ੍ਰਿਮੀਨੇਸ਼ਨ ਨੂੰ ਵੀ ਖਤਮ ਕਰ ਸਕਦੇ ਹਾਂ ਆਪਣੇ ਦੇਸ਼ ਦੇ ਵਿੱਚੋਂ। ਥੈਂਕ ਯੂ ਸੋ ਮਚ।